सो इस वीडियो ਵਿੱਚ ਅਸੀਂ ਬੇਸਿਕਲੀ ਗੱਲ ਕਰਾਂਗੇ ਗ੍ਰਾਮਰ ਦੀ। ਸੋ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੰਗਲਿਸ਼ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਪਰਲੀ ਯੂਜ਼ ਕਰੀਏ ਅਤੇ ਵਿਦਆਊਟ ਐਨੀ ਕਾਈਂਡ ਆਫ ਐਰਰ, ਸੋ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਉਹ ਕਿ ਸਾਡਾ ਗ੍ਰਾਮਰ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਸਾਨੂੰ ਗ੍ਰਾਮਰ ਦੇ ਹਰ ਇੱਕ ਜਿਹੜੇ ਵੀ ਉਹਦੀਆਂ ਪਾਰਟਸ ਨੇ ਜਿੱਦਾਂ ਕਿ ਪਾਰਟਸ ਆਫ ਸਪੀਚ, ਡਾਇਰੈਕਟ, ਇਨਡਾਇਰੈਕਟ, ਐਕਟਿਵ, ਪੈਸਿਵ, ਈਡੀਅਮਸ, ਫਰੇਜ਼ਸ, ਸਾਨੂੰ ਚੰਗੀ ਤਰ੍ਹਾਂ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਇਹਨਾਂ ਨੂੰ ਕਰੈਕਟਲੀ ਯੂਜ਼ ਕਰ ਸਕਦੇ ਹਾਂ। ਦੋ ਕਿ ਹਰ ਇੱਕ ਚੀਜ਼ ਨੂੰ ਕਰੈਕਟ ਰੱਖਣਾ ਬਹੁਤ ਹੀ ਡਿਫੀਕਲਟ ਹੈ, ਬਟ ਸਟਿਲ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਗ੍ਰਾਮਰ ਦੇ ਬਾਰੇ ਪੜ੍ਹੀਏ, ਕਿਉਂਕਿ ਗ੍ਰਾਮਰ ਦੇ ਵਿੱਚ ਬਹੁਤ ਸਾਰੀਆਂ ਐਕਸੈਪਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਕਿ ਸਾਨੂੰ ਧਿਆਨ ਰੱਖਣਾ ਪੈਂਦਾ ਹੈ। ਅਤੇ ਜੇ ਅਸੀਂ ਆਪਣੀ ਗ੍ਰਾਮਰ ਨੂੰ ਬਿਲਕੁਲ ਪਰਫੈਕਟ ਕਰਾਂਗੇ ਤਾਂ ਹੀ ਮਤਲਬ ਕਿ ਸਾਡਾ ਕੀ ਹੋਏਗਾ, ਵਧੀਆ, ਸਾਡੇ ਬੈਂਡ ਸਕੋਰ ਕੀ ਹੋਣਗੇ, ਵਧੀਆ ਹੋਣਗੇ। ਸੋ ਗ੍ਰਾਮਰ ਨੂੰ ਇੱਕ ਵੀਡੀਓ ਵਿੱਚ ਕਵਰ ਕਰਨਾ ਤਾਂ ਡਿਫੀਕਲਟ ਹੋ ਜਾਊਗਾ, ਇਸ ਕਰਕੇ ਅਸੀਂ ਇਹਨੂੰ ਪਾਰਟਸ ਦੇ ਵਿੱਚ ਕਵਰ ਕਰਾਂਗੇ। ਸੋ ਬੇਸਿਕਲੀ ਆਈ ਵਿਲ ਸਟਾਰਟ ਵਿਦ ਆਰਟੀਕਲਸ। ਅਸੀਂ ਆਰਟੀਕਲਸ ਬਾਰੇ ਪੜ੍ਹਾਂਗੇ। ਸੋ ਇਸ ਵੀਡੀਓ ਵਿੱਚ ਅਸੀਂ ਇੰਟਰੋਡਕਸ਼ਨ ਆਫ ਆਰਟੀਕਲਸ ਕੀ ਹੁੰਦੇ ਨੇ, ਇਹਨਾਂ ਦੀਆਂ ਕਿੰਨੀਆਂ ਟਾਈਪ ਹੁੰਦੀਆਂ ਨੇ ਅਤੇ ਹਰ ਇੱਕ ਆਰਟੀਕਲ ਨੂੰ ਕਿੱਥੇ ਯੂਜ਼ ਕਰਨਾ ਹੈ ਇਹਦੇ ਬਾਰੇ ਪਤਾ ਕਰਾਂਗੇ। ਆਰਟੀਕਲਸ ਕੀ ਹੁੰਦੇ ਨੇ? ਆਰਟੀਕਲਸ ਹੁੰਦੇ ਨੇ ਜਿਵੇਂ ਕਿ ਅਸੀਂ ਇੰਗਲਿਸ਼ ਵਿੱਚ ਕਿਸੇ ਵੀ ਵਰਡ ਤੋਂ ਪਹਿਲਾਂ ਆ, ਐਨ, ਦਾ ਲਗਾਉਂਦੇ ਹਾਂ। ਸੋ ਇਹ ਵੀ ਇੱਕ ਬਹੁਤ ਵੱਡੀ ਸਾਡੀ ਹੁੰਦੀ ਹੈ ਕਨਫਿਊਜ਼ਨ ਕਿ ਆ ਕਿਦੋਂ ਕਹਿਣਾ ਹੈ ਅਤੇ ਇਹ ਕਿਦੋਂ ਕਹਿਣਾ ਹੈ। ਲਾਈਕ ਸਮ ਪੀਪਲ ਸੇ ਕਿ ਜਦੋਂ ਅਸੀਂ ਵੋਵਲ ਯੂਜ਼ ਕਰਦੇ ਹਾਂ ਅਤੇ ਅਸੀਂ ਏ ਕਹਿੰਦੇ ਹਾਂ, ਅਤੇ ਜਦੋਂ ਆਪਾਂ ਕੌਨਸੋਨੈਂਟ ਯੂਜ਼ ਕਰਦੇ ਹਾਂ ਅਤੇ ਆਪਾਂ ਆ ਕਹਿੰਦੇ ਹਾਂ। ਬਟ ਬੋਲਦੇ ਵਕਤ ਸਾਨੂੰ ਕਦੇ ਵੀ ਪਤਾ ਨਹੀਂ ਲੱਗਦਾ ਜਲਦਬਾਜ਼ੀ ਵਿੱਚ ਕਿ ਅਸੀਂ ਕੋਈ ਵਰਡ ਵੋਵਲ ਵਾਲਾ ਸਟਾਰਟ ਕਰ ਰਹੇ ਹਾਂ ਜਾਂ ਕੋਈ ਕੌਨਸੋਨੈਂਟ ਵਾਲਾ ਵਰਡ ਟਰਾਈ ਕਰ ਰਹੇ ਹਾਂ। ਸੋ ਇਟਸ ਓਕੇ, ਇਟ ਇਜ਼ ਅ ਵੈਰੀ ਬਹੁਤ ਹੀ ਛੋਟਾ ਜਿਹਾ ਇੱਕ ਐਰਰ ਹੈ ਜਿਹਨੂੰ ਕਿ ਕੋਈ ਐਰਰ ਮੰਨੇਗਾ ਵੀ ਨਹੀਂ, ਬਿਕੋਜ਼ ਜੇ ਤੁਸੀਂ ਬਹੁਤ ਹੀ ਪ੍ਰੈਕਟਿਸ ਕੀਤੀ ਹੋਏਗੀ ਤਾਂ ਹੀ ਤੁਹਾਡੀ ਇੰਨੀ ਕੁ ਜ਼ਿਆਦਾ ਇੰਗਲਿਸ਼ ਕਰੈਕਟ ਹੋ ਚੁੱਕੀ ਹੋਏਗੀ। ਸੋ ਇੰਨੀ ਜ਼ਿਆਦਾ ਆਪਣੀ ਮਿਸਟੇਕ ਦੀ ਟੈਨਸ਼ਨ ਨਹੀਂ ਲੈਣੀ, ਕਿਉਂਕਿ ਜੇ ਤੁਸੀਂ ਆਪਣੀ ਮਿਸਟੇਕਸ ਤੋਂ ਖੁਦ ਹੀ ਉੱਥੇ ਸ਼ੋਅ ਕਰਨ ਲੱਗ ਪਓਗੇ, ਬਿਕੋਜ਼ ਇਹ ਥਿੰਗ ਸਿਰਫ ਇੱਕ ਸਪੀਕਿੰਗ ਦੇ ਵਿੱਚ ਹੀ ਕਾਊਂਟ ਹੋਣ ਵਾਲੀ ਹੈ, ਹੋਰ ਕਿਤੇ ਵੀ ਨਹੀਂ ਕਿਸੇ ਨੂੰ ਪਤਾ ਲੱਗਣਾ। ਅਤੇ ਜੇ ਤੁਸੀਂ ਆਪਣੀ ਐਰਰ ਨੂੰ ਜ਼ਿਆਦਾ ਐਮਫਸਾਈਜ਼ ਕਰੋਗੇ ਫਿਰ ਹੀ ਉਹ ਪਤਾ ਲੱਗਦੀ ਹੈ, ਅਦਰਵਾਈਜ਼ ਨਹੀਂ ਪਤਾ ਲੱਗਦੀ। ਸੋ ਜਦੋਂ ਤੁਸੀਂ ਰਾਈਟਿੰਗ ਕਰਦੇ ਹੋ ਉਹਦੇ ਵਿੱਚ ਆਰਟੀਕਲਸ ਦਾ ਯੂਜ਼ ਕਰੈਕਟ ਕਰਨਾ ਬਹੁਤ ਹੀ ਇੰਪੋਰਟੈਂਟ ਹੈ। ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਬੱਚੇ ਆਰਟੀਕਲਸ ਨੂੰ ਜਾਂ ਤਾਂ ਯੂਜ਼ ਹੀ ਨਹੀਂ ਕਰਦੇ ਜਾਂ ਅਵੋਇਡ ਕਰ ਦਿੰਦੇ ਨੇ। ਕਿਤੇ ਕਿਤੇ ਇੱਦਾਂ ਵੀ ਹੁੰਦਾ ਹੈ ਕਿ ਆਰਟੀਕਲਸ ਨੂੰ ਓਮਿਟ ਕਰਨਾ ਚਾਹੀਦਾ ਹੈ, ਬਟ ਹਰ ਜਗ੍ਹਾ ਆਰਟੀਕਲਸ ਨੂੰ ਓਮਿਟ ਕਰ ਦਿਓ, ਦਿਸ ਇਜ਼ ਨੋਟ ਦਾ ਕਰੈਕਟ ਯੂਜ਼ ਆਫ ਗ੍ਰਾਮਰ। ਸੋ ਅਸੀਂ ਜਿਵੇਂ ਕਿ ਡਿਸਕਸ ਕੀਤਾ ਸੀਗਾ ਕਿ ਆਰਟੀਕਲਸ ਦੇ ਵਿੱਚ ਆ, ਐਨ, ਦਾ ਹੁੰਦੇ ਨੇ। ਦ ਲਰਨਰ ਹੈਜ਼ ਟੂ ਡਿਸਾਈਡ ਨਾਊਨ ਬਾਈ ਨਾਊਨ ਵਿਚ ਵਨ ਆਫ ਦਾ ਆਰਟੀਕਲ ਟੂ ਯੂਜ਼, ਕਿ ਅਸੀਂ ਕਿਸੇ ਵੀ ਚੀਜ਼, ਨਾਊਨ ਕੀ ਹੁੰਦਾ ਹੈ, ਕਿਸੇ ਚੀਜ਼ ਦਾ ਨਾਮ, ਕਿਸੇ ਥਿੰਗ ਦਾ ਨਾਮ, ਕਿਸੇ ਇਨਸਾਨ ਦਾ ਨਾਮ, ਕਿਸੇ ਵੀ ਚੀਜ਼ ਦਾ ਨਾਮ, ਉਹ ਨਾਊਨ ਹੁੰਦਾ ਹੈ। ਜਿਹੜੇ ਹਿਸਾਬ ਦਾ ਨਾਊਨ ਹੋਏਗਾ ਉਸ ਹਿਸਾਬ ਨਾਲ ਉਹਦੇ ਨਾਲ ਆਰਟੀਕਲ ਲੱਗੇਗਾ। ਦ ਵਰਡ ਵਿਚ ਬਿਕਮਸ ਐਨ ਵੈਨ ਦ ਨੈਕਸਟ ਵਰਡ ਬਿਗਿਨਸ। ਠੀਕ ਆ, ਜਦੋਂ ਅਸੀਂ ਕੋਈ ਵਰਡ ਇਹੋ ਜਿਹਾ ਹੁੰਦਾ ਹੈ ਜੋ ਵੋਵਲ ਤੋਂ ਸਟਾਰਟ ਹੁੰਦਾ ਹੈ, ਜਿਵੇਂ ਕਿ ਐਪਲ, ਜਿਹੜਾ ਵਰਡ AEIOU ਤੋਂ ਸਟਾਰਟ ਹੋਏਗਾ ਉਹਦੇ ਨਾਲ ਅਸੀਂ ਹਮੇਸ਼ਾ ਐਨ ਲਗਾਉਂਦੇ ਹਾਂ। ਅਤੇ ਇੱਕ ਹੋਰ ਐਕਸੈਪਸ਼ਨ ਹੁੰਦੀ ਹੈ ਕਿ ਜਿਵੇਂ ਕਈ ਵਰਡਸ ਹੁੰਦੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ, ਭਾਵੇਂ ਕਿ ਉਹ ਵੋਵਲ ਤੋਂ ਸ਼ੁਰੂ ਨਹੀਂ ਹੁੰਦੇ, ਬਟ ਆਵਾਜ਼ ਇਵੇਂ ਦੀ ਆਉਂਦੀ ਹੈ ਕਿ ਜਿਵੇਂ ਵੋਵਲ ਵਾਲੇ ਵਰਡ ਤੋਂ ਸਟਾਰਟ ਹੁੰਦੇ ਹੋਣ, ਜਿਵੇਂ ਕਿ ਆਰ, ਉਹ HOUR ਹੁੰਦਾ ਹੈ, ਬਟ ਆਪਾਂ ਐਚ ਨੂੰ ਨਹੀਂ ਬੋਲਦੇ, ਆਰ ਉਹ ਤੋਂ ਲੱਗਦਾ ਨਾ, ਜਿਵੇਂ ਜੀ ਉਹ ਤੋਂ ਸਟਾਰਟ ਹੋਇਆ ਕੁਛ, ਮਤਲਬ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਉੱਥੇ ਵੀ ਆਪਾਂ ਐਨ ਨੂੰ ਯੂਜ਼ ਕਰਦੇ ਹਾਂ। ਬਾਕੀ ਸਾਰੇ ਵਰਡਸ ਜਿਹੜੇ ਕਿ AEIOU ਤੋਂ ਇਲਾਵਾ ਹੁੰਦੇ ਨੇ ਉਹਨਾਂ ਦੇ ਨਾਲ ਆਪਾਂ ਆ, ਇਹਨਾਂ ਦਾ ਕੀ ਮਤਲਬ, ਏ ਅਤੇ ਐਨ ਦਾ ਮਤਲਬ ਇੱਕ, ਠੀਕ ਹੈ। ਅਤੇ ਇਹਨੂੰ ਆਪਾਂ ਕੀ ਕਹਿੰਦੇ ਹਾਂ, ਇਨਡੈਫੀਨਾਈਟ, ਕਿ ਸਾਨੂੰ ਨਹੀਂ ਪੱਕਾ ਪਤਾ ਕਿਹੜੀ ਚੀਜ਼, ਠੀਕ ਹੈ, ਬਿਕੋਜ਼ ਨਾਊਨ ਇਟ ਗੋਜ਼ ਵਿਦ ਇਜ਼ ਇਨਡੈਫੀਨਾਈਟ ਔਰ ਜਨਰਲ, ਜਿਵੇਂ ਕਿ ਐਨ ਐਪਲ, ਮਤਲਬ ਇੱਕ ਸੇਬ, ਇਹ ਨਹੀਂ ਪਤਾ ਸਾਨੂੰ ਕਿਹੜਾ ਸੇਬ, ਓਕੇ, ਇਟ ਕੁਡ ਬੀ ਐਨੀ ਆਫ ਦਾ ਐਪਲ, ਕਿ ਗਿਵ ਮੀ ਐਨ ਐਪਲ, ਕਿ ਮੈਨੂੰ ਕੋਈ ਵੀ ਇੱਕ ਸੇਬ ਦੇ ਦਿਓ, ਠੀਕ ਆ। ਗਿਵ ਮੀ ਦ ਐਪਲ, ਮਤਲਬ ਮੈਨੂੰ ਉਹ ਵਾਲਾ ਸੇਬ ਚਾਹੀਦਾ ਹੈ, ਠੀਕ ਹੈ। ਸੋ ਇਹਦੇ ਨਾਲ ਕਿ ਅਸੀਂ ਫਰਕ ਪਤਾ ਕਰ ਸਕਦੇ ਹਾਂ। ਦ ਮੀਨਿੰਗ ਆਫ ਦਾ ਆਰਟੀਕਲ ਏ ਇਜ਼ ਸਿਮਿਲਰ ਟੂ ਨੰਬਰ 1, ਕਿ ਅਸੀਂ ਕਿਹਨੂੰ ਯੂਜ਼ ਕਰਦੇ ਹਾਂ, ਕਿ ਇੱਕ, ਠੀਕ ਹੈ, ਇੱਕ ਦੇ ਲਈ ਯੂਜ਼ ਕਰਦੇ ਹਾਂ, ਬਟ ਵਨ ਇਜ਼ ਸਟਰੋਂਗਰ, ਮੋਰ ਐਮਫਸਾਈਜ਼, ਇਸ ਕਰਕੇ ਆਪਾਂ ਵਨ ਐਪਲ ਨਹੀਂ ਕਹਿੰਦੇ, ਜ਼ਿਆਦਾ ਐਮਫਸਾਈਜ਼ ਦੇਣ ਲਈ ਆ ਐਪਲ ਕਹਿ ਦਿੰਦੇ ਹਾਂ, ਥੋੜ੍ਹਾ ਵਧੀਆ ਲੱਗਦਾ ਹੈ ਬੋਲਣ ਵਿੱਚ ਵੀ। ਇਟ ਇਜ਼ ਪੋਸੀਬਲ ਟੂ ਸੇ ਆਈ ਹੈਵ ਅ ਬੁੱਕ ਔਰ ਆਈ ਹੈਵ ਵਨ ਬੁੱਕ, ਬਟ ਦ ਸੈਕਿੰਡ ਸੈਂਟੈਂਸ ਐਮਫਸਾਈਜ਼ ਦੈਟ ਆਈ ਡੂ ਨੋਟ ਹੈਵ 2 or 3 or some other number of books, ਕੀ ਕਹਿੰਦੇ ਕਿ ਜੇ ਤੁਸੀਂ ਇੱਦਾਂ ਕਹੋਗੇ ਕਿ ਆਈ ਹੈਵ ਅ ਬੁੱਕ, ਮਤਲਬ ਮੇਰੇ ਕੋਲ ਇੱਕ ਕਿਤਾਬ ਹੈਗੀ ਹੈ,
ਤੁਸੀਂ ਇਹ ਨਹੀਂ ਨਾ ਸ਼ੋ ਕਰ ਰਹੇ ਹੋ, ਕਿਉਂਕਿ ਇਨਡੈਫੀਨੇਟ ਆਰਟੀਕਲ ਹੈ। ਤੁਸੀਂ ਇਹ ਨਹੀਂ ਦੱਸ ਰਹੇ ਕਿ ਮੇਰੇ ਕੋਲ ਕਿੰਨੀਆਂ ਕਿਤਾਬਾਂ ਹੈਗੀਆਂ ਨੇ, ਅਸੀਂ ਇਹ ਕਹਿ ਰਹੇ ਹਾਂ ਕਿ ਹਾਂ ਮੇਰੇ ਕੋਲ ਇੱਕ ਕਿਤਾਬ ਹੈਗੀ ਆ, ਭਾਵੇਂ ਕਿ ਮੇਰੇ ਕੋਲ ਕਿੰਨੀਆਂ ਹੀ ਹੋਣਗੀਆਂ। ਪਰ ਜਦੋਂ ਤੁਸੀਂ ਕਹਿੰਦੇ ਹੋ ਆਈ ਹੈਵ ਵਨ ਬੁੱਕ, ਫਿਰ ਉਹ ਕਾਊਂਟਿੰਗ ਬਣ ਜਾਂਦੀ ਹੈ ਕਿ ਮੇਰੇ ਕੋਲ ਸਿਰਫ ਇੱਕ ਹੀ ਕਿਤਾਬ ਹੈਗੀ ਹੈ। ਅਗਲੇ ਬੰਦੇ ਨੂੰ ਪਤਾ ਲੱਗ ਰਿਹਾ ਕਿ ਮੇਰੇ ਕੋਲ ਸਿਰਫ ਇੱਕ ਹੀ ਬੁੱਕ ਹੈ। ਦ ਵਰਡ ਦ ਇਜ਼ ਨੋਨ ਐਜ਼ ਅ ਡੈਫੀਨਾਈਟ ਆਰਟੀਕਲ ਐਂਡ ਇੰਡੀਕੇਟਸ ਅ ਸਪੈਸੀਫਿਕ ਥਿੰਗ, ਕਿ ਜਦੋਂ ਤੁਸੀਂ ਇੱਕ ਖਾਸ ਇੱਕ ਪਰਟੀਕੂਲਰ ਚੀਜ਼ ਦੀ ਗੱਲ ਕਰ ਰਹੇ ਹੋ ਉਦੋਂ ਹੀ ਤੁਸੀਂ ਦਾ ਨੂੰ ਯੂਜ਼ ਕਰਦੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੇ ਮੈਂ ਕਹੂੰਗੀ ਆਈ ਨੀਡ ਅ ਬੁੱਕ, ਮਤਲਬ ਮੈਨੂੰ ਇੱਕ ਬੁੱਕ ਚਾਹੀਦੀ ਹੈ। ਆਈ ਨੀਡ ਦ ਬੁੱਕ, ਮੈਨੂੰ ਉਹੀ ਬੁੱਕ ਚਾਹੀਦੀ ਹੈ। ਓਕੇ, ਦ ਡਿਫਰੈਂਸ ਬਿਟਵੀਨ ਦ ਸੈਂਟੈਂਸ ਆਈ ਸੈਟ ਔਨ ਅ ਚੇਅਰ, ਮਤਲਬ ਕਿ ਮੈਂ ਇੱਕ ਕੁਰਸੀ 'ਤੇ ਬੈਠਾ, ਐਂਡ ਆਈ ਸੈਟ ਔਨ ਦ ਚੇਅਰ, ਕਿ ਮੈਂ ਕੁਰਸੀ 'ਤੇ ਬਹਿ ਗਿਆ। ਦ ਸੈਕਿੰਡ ਚੇਅਰ ਰੈਫਰਸ ਟੂ ਅ ਪਰਟੀਕੂਲਰ ਸਪੈਸੀਫਿਕ ਚੇਅਰ, ਨੋਟ ਜਸਟ ਐਨੀ ਚੇਅਰ। ਜੇ ਤੁਸੀਂ ਅ ਚੇਅਰ ਲਗਾਓਗੇ ਮਤਲਬ ਉਹ ਕੁਰਸੀ ਕੋਈ ਵੀ ਹੋ ਸਕਦੀ ਆ, ਬਟ ਜਦੋਂ ਤੁਸੀਂ ਦਾ ਲਗਾ ਰਹੇ ਹੋ ਮਤਲਬ ਤੁਸੀਂ ਇੱਕ ਖਾਸ ਇੱਕ ਪਰਟੀਕੂਲਰ ਇਕਲੌਤੀ ਚੀਜ਼ ਦੇ ਬਾਰੇ ਗੱਲ ਕਰ ਰਹੇ ਹੋ। ਮੈਨੀ ਨਾਊਨਸ ਸਪੈਸ਼ਲੀ ਸਿੰਗੂਲਰ ਫਾਰਮਸ ਆਫ ਕਾਊਂਟੇਬਲ ਨਾਊਨਸ ਮਸਟ ਹੈਵ ਐਨ ਆਰਟੀਕਲ, ਮਤਲਬ ਕਿ ਕਿੰਨੇ ਸਾਰੇ ਨਾਮ ਹੁੰਦੇ ਨੇ ਚੀਜ਼ਾਂ ਦੇ, ਬਟ ਜਿਹੜੀਆਂ ਸਿੰਗੂਲਰ ਚੀਜ਼ਾਂ ਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ ਸਿੰਗੂਲਰ ਦੇ ਨਾਲ, ਸਿੰਗੂਲਰ ਮਤਲਬ ਇੱਕ ਚੀਜ਼ ਹੁੰਦੀ ਹੈ, ਉਹਨਾਂ ਦੇ ਨਾਲ ਤੁਹਾਨੂੰ ਜ਼ਰੂਰ ਇੱਕ ਆਰਟੀਕਲ ਹੋਣਾ ਹੀ ਚਾਹੀਦਾ ਹੈ। ਇਨ ਇੰਗਲਿਸ਼ ਇਟ ਇਜ਼ ਨੋਟ ਪੋਸੀਬਲ ਟੂ ਸੇ ਆਈ ਸੈਟ ਔਨ ਚੇਅਰ, ਇੱਦਾਂ ਤੁਸੀਂ ਕਦੀ ਨਹੀਂ ਕਹਿ ਸਕਦੇ ਕਿ ਆਈ ਸੈਟ ਔਨ ਚੇਅਰ, ਮੈਂ ਚੇਅਰ 'ਤੇ ਬੈਠਾ। ਤੁਸੀਂ ਹਮੇਸ਼ਾ ਵਿਦਾਊਟ ਐਨ ਆਰਟੀਕਲ, ਤੁਸੀਂ ਹਮੇਸ਼ਾ ਨੂੰ ਡੈਮੋਨਸਟ੍ਰੇਟ ਕਰੋਗੇ, ਪੋਜ਼ੈਸਿਵ ਐਡਜੈਕਟਿਵ ਉਹਦੇ ਨਾਲ ਯੂਜ਼ ਕਰੋਗੇ। ਕੈਨ ਬੀ ਯੂਜ਼ ਇੰਸਟੈਡ ਆਫ ਐਨ ਆਰਟੀਕਲ ਐਜ਼ ਅ, ਮਤਲਬ ਤੁਸੀਂ ਇਹ ਕਹਿ ਸਕਦੇ ਹੋ, ਕਹਿੰਦੇ ਕਿ ਜੇ ਤੁਸੀਂ ਮਤਲਬ ਐਨ ਦ ਨਹੀਂ ਯੂਜ਼ ਕਰਨਾ ਤਾਂ ਤੁਸੀਂ ਉਹਦੇ ਲਈ ਕੋਈ ਪੋਜ਼ੈਸਿਵ ਜਾਂ ਫਿਰ ਡੈਮੋਨਸਟ੍ਰੇਟ ਕਰਨ ਲਈ, ਜਿਵੇਂ ਕਿ ਆਈ ਨੀਡ ਦੈਟ ਚੇਅਰ, ਮਤਲਬ ਮੈਨੂੰ ਉਹ ਵਾਲੀ ਕੁਰਸੀ ਦਿਓ। ਆਈ ਨੀਡ ਮਾਈ ਚੇਅਰ, ਮੈਨੂੰ ਮੇਰੀ ਕੁਰਸੀ ਦਿਓ। ਇੱਦਾਂ ਵੀ ਤੁਸੀਂ ਸਮਝਾ ਸਕਦੇ ਹੋ, ਬਟ ਕੁਛ ਨਾ ਕੁਛ ਉਹਦੇ ਨਾਲ ਵੈਲਿਡ ਜ਼ਰੂਰ ਯੂਜ਼ ਕਰਨਾ ਇੰਪੋਰਟੈਂਟ ਹੈ। ਸੋ ਇਹ ਤਾਂ ਸਿੰਪਲ ਜੀ ਇੱਕ ਇੰਟਰੋਡਕਸ਼ਨ ਸੀਗੀ, ਜਿਹਦੇ ਨਾਲ ਕਿ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਆਰਟੀਕਲਸ ਨੂੰ ਕਿੱਦਾਂ ਯੂਜ਼ ਕਰਨਾ ਹੈ। ਬਿਕੋਜ਼ ਜੇ ਅਸੀਂ ਹੁਣ ਸ਼ੁਰੂ ਤੋਂ ਚੀਜ਼ਾਂ ਨੂੰ ਪੜ੍ਹਨ ਜਾਵਾਂਗੇ ਤਾਂ ਉਹਦੇ ਲਈ ਵੀ ਮੈਂ ਤੁਹਾਡੀ ਇੱਕ ਵੀਡੀਓ ਬਣਾ ਸਕਦੀ ਹਾਂ, ਜਿਹੜੀ ਕਿ ਮੈਂ ਤੁਹਾਨੂੰ ਬੇਸਿਕਲੀ ਕੰਪਰੀਹੈਂਸਿਵ ਗ੍ਰਾਮਰ ਬੁੱਕ ਤੋਂ ਬਣਾਵਾਂਗੀ, ਕਿਉਂਕਿ ਉਹ ਬਹੁਤ ਹੀ ਡਿਟੇਲਡ ਹੁੰਦੀ ਨੇ। ਬਟ ਜੇ ਤੁਸੀਂ ਇੰਨੀ ਡਿਟੇਲ ਵਿੱਚ ਪੜ੍ਹੋਗੇ ਤਾਂ ਤੁਸੀਂ ਮਤਲਬ ਕਿ ਆਪਣੀ ਤਿਆਰੀ ਵਿੱਚ ਜਿਹਦੇ ਤੁਹਾਡੇ ਕੋਲ ਵਾਹਵਾ ਟਾਈਮ ਹੈ ਫਿਰ ਤਾਂ ਤੁਸੀਂ ਕੱਢ ਸਕਦੇ ਹੋ। ਬਟ ਜੇ ਤੁਸੀਂ ਮਤਲਬ ਕਿ ਬਿਲਕੁਲ ਹੀ ਜਲਦੀ ਵਾਲਾ ਕੰਮ ਕਰ ਰਹੇ ਹੋ, ਨਾਲੇ ਤੁਸੀਂ ਜ਼ਿਆਦਾ ਕਨਫਿਊਜ਼ ਨਹੀਂ ਹੋਣਾ ਚਾਹੁੰਦੇ, ਕਿਉਂਕਿ ਆਪਾਂ ਜਿੰਨਾ ਜ਼ਿਆਦਾ ਪੜ੍ਹਦੇ ਹਾਂ ਬੰਦਾ ਓਨਾ ਜ਼ਿਆਦਾ ਕਨਫਿਊਜ਼ ਵੀ ਹੋ ਜਾਂਦਾ ਹੈ। ਸੋ ਇਨਡੈਫੀਨੇਟ ਆਰਟੀਕਲਸ ਕਿਹੜੇ ਹੁੰਦੇ ਨੇ? ਅ ਐਂਡ ਐਨ, ਠੀਕ ਆ, ਆਰ ਇਨਡੈਫੀਨਾਈਟ ਐਂਡ ਆਰ ਯੂਜ਼ਡ ਵੈਨ ਟੂ ਸੇ ਅਬਾਊਟ ਨੋਟ ਅ ਸਪੈਸੀਫਿਕ ਪਰਸਨ, ਮਤਲਬ ਇੱਕ ਡੈਫੀਨਾਈਟ ਪਰਸਨ ਦੀ ਗੱਲ ਨਹੀਂ ਕਰਨੀ ਆਪਾਂ, ਕਿ ਕਿਸੇ ਇੱਕ ਪਰਟੀਕੂਲਰ ਚੀਜ਼ ਬਾਰੇ ਨਹੀਂ ਗੱਲ ਕਰਨੀ, ਮਤਲਬ ਉਹ ਕੋਈ ਵੀ ਚੀਜ਼ ਹੋ ਸਕਦੀ ਹੈ। ਜਿਵੇਂ ਆਈ ਸੋ ਅ ਗਰਲ, ਮਤਲਬ ਮੈਂ ਇੱਕ ਕੁੜੀ ਨੂੰ ਦੇਖਿਆ, ਮੈਨੂੰ ਕੀ ਪਤਾ ਉਹ ਕਿਹੜੀ ਕੁੜੀ ਸੀ, ਹੈ ਨਾ। ਹੀ ਗੇਵ ਮੀ ਐਨ ਔਰੇਂਜ, ਉਹਨੇ ਮੈਨੂੰ ਇੱਕ ਸੰਤਰਾ ਦਿੱਤਾ, ਕੋਈ ਸੰਤਰੇ ਦੀ ਕਿਸਮ ਕੁਛ ਨਹੀਂ, ਕੋਈ ਖਾਸ ਨਹੀਂ, ਮਤਲਬ ਕੋਈ ਵੀ ਸੰਤਰਾ ਦੇ ਦਿੱਤਾ, ਨਹੀਂ, ਅਸੀਂ ਸਿੰਪਲ ਜੀ ਗੱਲ ਕਰ ਰਹੇ ਹਾਂ। ਡੈਫੀਨੇਟ ਆਰਟੀਕਲ ਦ ਇਜ਼ ਅ ਡੈਫੀਨੇਟ ਆਰਟੀਕਲ ਐਂਡ ਯੂਜ਼ ਵੈਨ ਟੂ ਸੇ ਅਬਾਊਟ ਅ ਡੈਫੀਨੇਟ, ਮਤਲਬ ਕਿਸੇ ਪਰਟੀਕੂਲਰ ਬੰਦੇ ਦੀ ਗੱਲ ਕਰਨਾ, ਕਿਸੇ ਖਾਸ ਬੰਦੇ ਦੀ, ਇੱਕ ਸਪੈਸੀਫਿਕ ਬੰਦੇ ਦੀ ਗੱਲ ਕਰਨ ਲਈ ਆਪਾਂ ਦਾ ਯੂਜ਼ ਕਰਦੇ ਹਾਂ, ਪਲੇਸ ਹੋਵੇ ਜਾਂ ਥਿੰਗ ਹੋਵੇ। ਆਈ ਸੋ ਦ ਗਰਲ ਹੂ ਸਿਕਿਓਰਡ ਦ ਫਸਟ ਰੈਂਕ, ਕਿ ਮੈਂ ਉਸ ਕੁੜੀ ਨੂੰ ਦੇਖਿਆ ਜਿਹਦਾ ਕੀ ਆਇਆ ਸੀਗੀ, ਫਸਟ ਰੈਂਕ ਆਈ, ਜਿਹੜੀ ਫਸਟ ਆਈ ਸੀਗੀ, ਮੈਂ ਉਹਨੂੰ ਦੇਖਿਆ। ਮਤਲਬ ਮੈਂ ਇੱਕ ਪਰਟੀਕੂਲਰ ਕੁੜੀ ਦੀ ਗੱਲ ਕਰਨੀ, ਮੈਂ ਕਿਸੇ ਵੀ ਰੈਂਡਮ ਕੁੜੀ ਦੀ ਗੱਲ ਨਹੀਂ ਕਰਨੀ ਕਿ ਮੈਂ ਕਿਸੇ ਨੂੰ ਵੀ ਕੁੜੀ ਨੂੰ ਦੇਖਿਆ, ਬਟ ਮੈਂ ਉਹੀ ਕੁੜੀ ਨੂੰ ਦੇਖਿਆ ਜਿਹਦਾ ਕੀ ਆਇਆ ਸੀਗਾ ਫਸਟ ਰੈਂਕ। ਸੋ ਮੇਰੀ ਵੀਡੀਓ ਸਿਰਫ ਉਹਨਾਂ ਲਈ ਹੀ ਯੂਜ਼ਫੁਲ ਨਹੀਂ ਹੈਗੀ ਜਿਹੜੇ ਕਿ ਸਿਰਫ ਆਇਲਸ ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਬਟ ਇਹ ਵੀਡੀਓ ਹਰ ਇੱਕ ਉਸ ਬੰਦੇ ਲਈ ਵੀ ਯੂਜ਼ਫੁਲ ਹੈ ਜਿਹੜੀ ਕਿ ਆਪਣੀ ਗ੍ਰਾਮਰ ਨੂੰ ਇੰਪਰੂਵ ਕਰਨਾ ਚਾਹੁੰਦਾ ਹੈ, ਜਾਂ ਉਹ ਸਟੱਡੀ ਕਰ ਰਿਹਾ, ਉਹਦਾ ਇੰਗਲਿਸ਼ ਗ੍ਰਾਮਰ ਦਾ ਪੇਪਰ ਹੈ, ਜਾਂ ਉਹ ਆਪਣੀ ਇੰਗਲਿਸ਼ ਨੂੰ ਵੈਸੇ ਇੰਪਰੂਵ ਕਰਨਾ ਚਾਹੁੰਦਾ ਹੈ, ਜਾਂ ਨੌਲੇਜ ਜਾਂ ਇਨਫੋਰਮੇਟਿਵ ਤੌਰ 'ਤੇ ਦੇਖਣਾ ਚਾਹੁੰਦਾ ਹੈ। ਇਹ ਸਾਰਿਆਂ ਲਈ ਹੀ ਯੂਜ਼ਫੁਲ ਹੈਗੀ ਹੈ। ਓਕੇ, ਸੋ ਆਪਾਂ ਡੈਫੀਨੇਟ ਆਰਟੀਕਲ ਨੂੰ ਕਿੱਥੇ ਯੂਜ਼ ਕਰਦੇ ਹਾਂ, ਮਤਲਬ ਕਿਸੇ ਸਪੈਸੀਫਿਕ ਚੀਜ਼ ਨਾਲ, ਹੈ ਨਾ। ਇਟ ਇਜ਼ ਯੂਜ਼ ਬਿਫੋਰ ਦ ਫੋਲੋਇੰਗ ਕਾਮਨ ਨਾਊਨ, ਕਿ ਕਿਸੇ ਕਾਮਨ ਨਾਊਨਸ ਕੀ ਹੁੰਦੇ ਨੇ? ਜਿਵੇਂ ਕਿ ਸਨ, ਇੱਕੋ ਸਨ ਹੁੰਦਾ ਹੈ। ਮੂਨ, ਮਤਲਬ ਸਾਡੀ ਗੈਲੈਕਸੀ ਵਿੱਚ ਇੱਕ ਹੈ, ਬਟ ਬਾਕੀ ਗੈਲੈਕਸੀ ਦੇ ਵਿੱਚ ਹੋਰ ਵੀ ਹੈਗੇ ਨੇ। ਦ ਸਨ, ਦ ਮੂਨ, ਦ ਪਲੈਨਟ, ਦ ਸਕਾਈ, ਦ ਅਰਥ, ਕਿ ਇਹਨਾਂ ਚੀਜ਼ਾਂ ਦੇ ਨਾਲ ਹਮੇਸ਼ਾ ਆਪਾਂ ਦਾ ਹੀ ਲਗਾਵਾਂਗੇ। ਅਸੀਂ ਇਹ ਨਹੀਂ ਕਹਿਣਾ ਆਈ ਸੋ ਅ ਸਨ, ਕਿਉਂਕਿ ਸਾਡੀ ਗੈਲੈਕਸੀ ਦੇ ਵਿੱਚ ਤਾਂ ਹੈਗਾ ਹੀ ਇਹੀ ਹੈ ਨਾ। ਸੋ ਅਸੀਂ ਤਾਂ ਇੱਕ ਹੀ ਸਨ ਨੂੰ ਦੇਖਦੇ ਹਾਂ, ਇੱਕ ਹੀ ਮੂਨ ਨੂੰ ਦੇਖਦੇ ਹਾਂ ਵਿਦ ਨੇਕਡ ਆਈ। ਓਕੇ, ਇਸ ਕਰਕੇ ਦ ਪਲੈਨਟ, ਇਹ ਚੀਜ਼ਾਂ ਦੇ ਨਾਲ ਅਸੀਂ ਦਾ ਹੀ ਲਗਾਉਣਾ ਹੈ ਹਮੇਸ਼ਾ, ਇਹ ਯਾਦ ਰੱਖਣਾ ਹੈ। ਦ ਇਜ਼ ਯੂਜ਼ ਬਿਫੋਰ ਅ ਪਰਟੀਕੂਲਰ ਪਰਸਨ ਔਰ ਦ ਥਿੰਗ ਆਲਰੇਡੀ ਰੈਫਰ ਟੂ, ਕਿ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਸੀ, ਉਹ ਬੰਦੇ ਦਾ ਨਾਮ ਜਾਂ ਕਿਸੇ ਚੀਜ਼ ਦੇ ਬਾਰੇ ਤੁਸੀਂ ਗੱਲ ਕਰ ਰਹੇ ਸੀ, ਉਹਦੇ ਨਾਮ ਦੇ ਅੱਗੇ ਤੁਸੀਂ ਹਮੇਸ਼ਾ ਕੀ ਲਗਾਉਣਾ ਹੈ? ਦਾ।
ਦ ਬੋਏ ਹੂਮ ਆਈ ਮੈਟ ਯੈਸਟਰਡੇ, ਮਤਲਬ ਉਹ ਮੁੰਡਾ ਜਿਹਨੂੰ ਮੈਂ ਕੱਲ੍ਹ ਮਿਲੀ ਸੀ। ਦ ਬੁੱਕ ਦੈਟ ਆਈ ਗੇਵ ਯੂ, ਜਿਹੜੀ ਕਿਤਾਬ ਮੈਂ ਤੈਨੂੰ ਦਿੱਤੀ ਸੀ, ਮਤਲਬ ਮੈਂ ਇੱਕ ਖਾਸ ਪਰਟੀਕੂਲਰ ਇੱਕੋ ਚੀਜ਼ ਦੀ ਗੱਲ ਕਰ ਰਹੀ ਹਾਂ। ਦ ਇਜ਼ ਯੂਜ਼ ਬਿਫੋਰ ਸਮ ਬੁੱਕਸ, ਮਤਲਬ ਕਿ ਬੁੱਕਾਂ ਦੇ ਨਾਮ ਅੱਗੇ ਵੀ ਅਸੀਂ ਲਗਾਉਂਦੇ ਹਾਂ। ਜ਼ਿਆਦਾਤਰ ਵੈਸੇ ਆਪਾਂ ਦੇਖਦੇ ਹਾਂ ਕਿ ਜਿਹੜਾ ਪ੍ਰੋਪਰ ਨਾਊਨ ਹੁੰਦਾ ਵਾ ਕਿਸੇ ਵੀ ਚੀਜ਼ ਦੇ ਨਾਮ ਅੱਗੇ ਅਸੀਂ ਮਤਲਬ ਪ੍ਰੋਪਰ ਨਾਮ ਦੇ ਅੱਗੇ ਅਸੀਂ ਦਾ ਨਹੀਂ ਲਗਾਉਂਦੇ। ਤੁਸੀਂ ਇਹ ਨਹੀਂ ਕਹਿਣਾ ਹੈਗਾ ਦਾ ਰਮਨਦੀਪ ਕੌਰ, ਦਾ ਗਗਨਪ੍ਰੀਤ ਸਿੰਘ, ਇੱਦਾਂ ਨਹੀਂ, ਕਿਸੇ ਦੇ ਨਾਮ ਦੇ ਅੱਗੇ ਦਾ ਨਹੀਂ ਲੱਗਦਾ। ਓਕੇ, ਬਟ ਅਸੀਂ ਕਈ ਬੁੱਕਸ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਆਪਾਂ ਕੀ ਅੱਗੇ ਲਗਾ ਦਿੰਦੇ ਹਾਂ ਦਾ, ਜਿਵੇਂ ਕਿ ਦਾ ਰਾਮਾਇਣ, ਦਾ ਕੁਰਾਨ, ਦਾ ਬਾਈਬਲ। ਅਦਰਵਾਈਜ਼ ਅਸੀਂ ਕੰਟਰੀ ਦੇ ਅੱਗੇ ਵੀ ਨਹੀਂ, ਇਹ ਵੀ ਨਹੀਂ ਕਹਿਣਾ ਦਾ ਨਿਊਜ਼ੀਲੈਂਡ, ਦਾ ਆਸਟ੍ਰੇਲੀਆ। ਦਿਸ ਇਜ਼ ਰੋਂਗ ਬਿਕੋਜ਼ ਦੇ ਆਲ ਆਰ ਪ੍ਰੋਪਰ ਨਾਊਨਸ। ਓਕੇ, ਦ ਇਜ਼ ਯੂਜ਼ ਬਿਫੋਰ ਦ ਨੇਮਸ ਆਫ ਰਿਵਰ, ਮਾਊਂਟੇਨ, ਸੀਜ਼, ਓਸ਼ਨ, ਆਈਲੈਂਡਸ ਐਟਸੈਟਰਾ, ਮਤਲਬ ਕਿ ਜਿਵੇਂ ਕਿ ਨਦੀਆਂ ਦੇ ਨਾਮ ਆ, ਪਹਾੜੀਆਂ ਦੇ ਨਾਮ ਆ, ਸਮੁੰਦਰਾਂ ਦੇ ਨਾਮ ਆ, ਮਹਾਸਾਗਰਾਂ ਦੇ ਨਾਮ ਆ, ਟਾਪੂਆਂ ਦੇ ਨਾਮ ਆ, ਉਹਨਾਂ ਦੇ ਅੱਗੇ ਵੀ ਅਸੀਂ ਕੀ ਲਗਾਉਣਾ ਹੁੰਦਾ ਹੈ ਦਾ, ਜਿਵੇਂ ਦ ਗੇਂਗਸ, ਦ ਨਾਈਲ, ਦ ਲੈਕੇਟਾਈਵ। ਦਾ ਇਜ਼ ਯੂਜ਼ ਬਿਫੋਰ ਅ ਸਿੰਗੂਲਰ ਨਾਊਨ ਦੈਟ ਰਿਪਰੈਜ਼ੈਂਟਸ ਅ ਹੋਲ ਕਲਾਸ, ਕਿ ਮਤਲਬ ਜਿਹਨਾਂ ਸਾਨੂੰ ਉਹ ਪੂਰੀ ਇੱਕ ਗਰੁੱਪ ਦੇ ਬਾਰੇ, ਮਤਲਬ ਕਿਸੇ ਪਰਟੀਕੂਲਰ ਗਰੁੱਪ ਜਾਂ ਪੂਰੀ ਇੱਕ ਕਲਾਸ ਉਹਦੇ ਵਰਗੀਆਂ ਚੀਜ਼ਾਂ, ਉਹਨਾਂ ਦੇ ਅੱਗੇ ਵੀ ਆਪਾਂ ਦਾ ਲਗਾਉਂਦੇ ਹਾਂ। ਜਿਵੇਂ ਕਿ ਦ ਕਾਓ ਇਜ਼ ਅ ਡੋਮੈਸਟਿਕ ਐਨੀਮਲ, ਮਤਲਬ ਅਸੀਂ ਇੱਕ ਗਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਹਰ ਇੱਕ ਗਾਂ ਦੀ ਗੱਲ ਕਰ ਰਹੇ ਨੇ ਕਿ ਜਿੰਨੀਆਂ ਵੀ ਗਾਈਆਂ ਹੈਗੀਆਂ ਨੇ ਉਹ ਕੀ ਹੈ, ਇੱਕ ਡੋਮੈਸਟਿਕ ਐਨੀਮਲ ਹੈ। ਦਾ ਰੋਜ਼ ਸਮੈਲ ਸਵੀਟ, ਮਤਲਬ ਦੁਨੀਆ ਦੇ ਸਾਰੇ ਜਿਹੜੇ ਰੋਜ਼ ਨੇ ਉਹ ਵਧੀਆ ਸਮੈਲ ਕਰਦੇ, ਮਤਲਬ ਦੇਅਰ ਆਰ ਸਮ ਸਪੈਸੀਫਿਕ ਟਾਈਪਸ ਜਿਹੜੇ ਵਾਈਲਡ ਹੋਣਗੇ, ਜਿਹੜੇ ਸ਼ਾਇਦ ਨਹੀਂ ਵਧੀਆ ਸਮੈਲ ਕਰਦੇ ਹੋਣਗੇ। ਦਾ ਪੈਰਟ ਇਜ਼ ਅ ਬਿਊਟੀਫੁਲ ਬਰਡ, ਕਿ ਜਿਹੜੀ ਪੈਰਟ ਸਪੀਸੀਜ਼ ਹੈ ਉਹ ਸਾਰੇ ਕੀ ਆ, ਬਹੁਤ ਸੋਹਣੇ ਇੱਕ ਪੰਛੀ ਹੈ। ਦਾ ਇਜ਼ ਯੂਜ਼ ਬਿਫੋਰ ਸੁਪਰਲੇਟਿਵ, ਸੁਪਰਲੇਟਿਵ ਕੀ ਹੁੰਦੀ ਆ ਕਿ ਜਿਵੇਂ ਕਿ ਅਸੀਂ ਯੂਜ਼ ਕਰਦੇ ਹਾਂ ਨਾ ਪੋਜ਼ੀਟਿਵ, ਕੰਪੈਰੇਟਿਵ, ਸੁਪਰਲੇਟਿਵ। ਜਿਵੇਂ ਕਿ ਬਿਗ ਪੋਜ਼ੀਟਿਵ ਹੁੰਦਾ ਹੈ, ਬਿਗਰ ਉਸ ਤੋਂ ਵੱਡਾ ਮਤਲਬ ਕੰਪੈਰੇਟਿਵ, ਬਿਗੈਸਟ ਜਿਹੜੀ ਸਭ ਤੋਂ ਵੱਡੀ ਟਾਈਪ, ਸੁਪਰਲੇਟਿਵ ਸਭ ਤੋਂ ਸੁਪਰ ਹੁੰਦੀ ਹੈ, ਉਹਦੇ ਨਾਲ ਅਸੀਂ ਦਾ ਯੂਜ਼ ਕਰਦੇ ਹਾਂ। ਦਾ ਹਾਈਐਸਟ ਮਾਊਂਟੇਨ ਇਨ ਦਾ ਵਰਲਡ, ਮਤਲਬ ਦੁਨੀਆ ਦਾ ਸਭ ਤੋਂ ਉੱਚਾ ਮਾਊਂਟੇਨ, ਠੀਕ ਹੈ। ਦ ਬੈਸਟ ਪਿਕਚਰ ਆਈ ਹੈਵ ਐਵਰ ਸੀਨ, ਸਭ ਤੋਂ ਸੋਹਣੀ, ਸਭ ਤੋਂ ਵਧੀਆ ਪਿਕਚਰ ਜਿਹੜੀ ਮੈਂ ਅੱਜ ਤੱਕ ਦੇਖੀ ਹੈ। ਦ ਇਜ਼ ਨੋਟ ਯੂਜ਼ ਬਿਫੋਰ ਪ੍ਰੋਪਰ ਨਾਊਨ, ਉਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਪ੍ਰੋਪਰ ਨਾਊਨ ਦੇ ਅੱਗੇ ਨਹੀਂ ਯੂਜ਼ ਕਰਨਾ। ਜਿਵੇਂ ਮੁੰਬਈ ਇਜ਼ ਅ ਮੇਜਰ ਪੋਰਟ ਇਨ ਇੰਡੀਆ, ਅਸੀਂ ਇਹਦੇ ਅੱਗੇ ਦ ਨਹੀਂ ਯੂਜ਼ ਕੀਤਾ। ਪੈਸੀਫਿਕ ਇਜ਼ ਅ ਡੀਪ ਓਸ਼ਨ, ਡੀਪੈਸਟ ਓਸ਼ਨ, ਅਸੀਂ ਇਹਦੇ ਅੱਗੇ ਨਹੀਂ ਯੂਜ਼ ਕਰਨਾ ਬਿਕੋਜ਼ ਦੇ ਆਲ ਆਰ ਪ੍ਰੋਪਰ ਨਾਊਨ। ਸੋ ਅਸੀਂ ਇਸ ਤਰ੍ਹਾਂ ਡਿਸਕਸ ਕੀਤਾ ਹੈ। ਹੁਣ ਅਸੀਂ ਆਰਟੀਕਲਸ ਨੂੰ ਕਿੱਥੇ ਯੂਜ਼ ਕਰਦੇ ਹਾਂ ਉਹਦੇ ਬਾਰੇ ਵੀ ਪੜ੍ਹਾਂਗੇ। ਅਨਕਾਊਂਟ ਨਾਊਨਸ, ਯੂ ਕੈਨਟ ਸੇ ਐਨ ਔਰ ਦਾ ਵਿਦਾਊਟ ਅਨਕਾਊਂਟ ਨਾਊਨ। ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਚੀਜ਼ਾਂ ਹੈ ਕਿੰਨੀਆਂ ਨੇ, ਮੰਨ ਲਓ ਕਿ ਤੁਹਾਡੇ ਸਾਹਮਣੇ 10 ਅੰਗੂਰ ਪਏ ਨੇ, ਤੁਸੀਂ ਇਹ ਥੋੜ੍ਹੀ ਕਹੋਗੇ ਆਈ ਸੋ ਅ ਗ੍ਰੇਪ, ਠੀਕ ਆ। ਤੁਸੀਂ 10 ਗ੍ਰੇਪਸ ਦੇਖ ਰਹੇ ਹੋ, ਮਤਲਬ ਸਿੰਪਲੀ ਕਹਿ ਵੀ ਸਕਦੇ ਹਾਂ ਕਿ ਮੈਂ ਇੱਕ ਅੰਗੂਰ ਦੇਖਿਆ, 10 ਪਏ ਨੇ ਉੱਥੇ, ਬਟ ਸਟਿਲ ਜੇ ਤੁਸੀਂ ਕਿਸੇ ਨੂੰ ਸਮਝਾਉਣਾ ਹੋਵੇ, ਤੁਹਾਨੂੰ ਕਿਸੇ ਨੇ ਪੁੱਛਿਆ ਹੋਵੇ ਤੂੰ ਕਿੰਨੇ ਅੰਗੂਰ ਦੇਖੇ ਸੀ ਆਪਣੇ ਸਾਹਮਣੇ, ਤੁਸੀਂ ਆਹ ਗ੍ਰੇਪ ਕਹੋਗੇ, ਤੇ ਉਹਨੂੰ ਇਹੀ ਲੱਗੇਗਾ ਨਾ ਤੁਸੀਂ ਇੱਕੋ ਹੀ ਦੇਖਿਆ। ਚਲੋ ਫਿਰ ਵੀ ਸਟਿਲ ਵੀ ਕੈਨ ਟਰਾਈ। ਯੂ ਕੈਨਟ ਸੇ ਐਨ ਔਰ ਐਨ with an uncount noun, you cannot put a number in front of an uncount noun, ਮਤਲਬ ਕਿ ਜਿਹੜੀ ਚੀਜ਼ ਨੂੰ ਤੁਸੀਂ ਗਿਣ ਹੀ ਨਹੀਂ ਸਕਦੇ ਉਹਦੇ ਅੱਗੇ ਕਦੀ ਵੀ ਇੱਕ ਨੰਬਰ ਨਹੀਂ ਪਾਉਣਾ ਹੈਗਾ। You use an uncount noun with no article if you mean the thing is general, ਕਿ ਜਿਵੇਂ ਕੋਈ ਵੀ ਜਨਰਲ ਚੀਜ਼, ਜਿੱਦਾਂ ਕਾਓ ਇੱਕ ਸਪੀਸੀਜ਼ ਆ, ਅਸੀਂ ਕਿਸੇ ਵੀ ਪਰਟੀਕੂਲਰ ਬਾਰੇ ਗੱਲ ਨਹੀਂ ਕਰ ਰਹੇ, ਤੁਸੀਂ ਉਹਦੇ ਲਈ ਅਨਕਾਊਂਟੇਬਲ ਨਾਊਨ ਯੂਜ਼ ਕਰ ਸਕਦੇ ਹੋ, ਅਤੇ ਉਹਦੇ ਨਾਲ ਕੋਈ ਵੀ ਆਰਟੀਕਲ ਤੁਸੀਂ ਨਾ ਲਗਾਓ ਭਾਈ। You use the with an uncount noun with no article if you mean a general, ठीक है। Put a number in front of an uncount noun. You use the with an uncount noun when you are talking about a particular example of that thing, ਕਿ ਜੇ ਤੁਸੀਂ ਕਿਸੇ ਚੀਜ਼ ਦੀ ਇੱਕ ਪਰਟੀਕੂਲਰ ਇੱਕ ਖਾਸ ਉਦਾਹਰਨ ਬਾਰੇ ਗੱਲ ਕਰ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਦਾ ਲਗਾਉਂਦੇ ਆ। ਕਾਊਂਟ ਨਾਊਨਸ, ਯੂ ਕੈਨ ਪੁੱਟ ਅ ਨੰਬਰ ਇਨ ਫਰੰਟ ਆਫ ਅ ਕਾਊਂਟ ਨਾਊਨ, ਜੇ ਤੁਸੀਂ ਕਿਸੇ ਚੀਜ਼ ਨੂੰ ਗਿਣ ਸਕਦੇ ਹੋ ਤਾਂ ਤੁਸੀਂ ਉਹਦੇ ਨਾਲ ਕੋਈ ਨਾ ਕੋਈ ਨੰਬਰ ਪਾ ਸਕਦੇ ਹੋ ਕਿ ਉਹ ਚੀਜ਼ਾਂ ਕਿੰਨੀਆਂ ਨੇ। You can make a count noun plural. You can put both or an in front of a count noun, ਜਿਹੜੀਆਂ ਚੀਜ਼ਾਂ ਨੂੰ ਤੁਸੀਂ ਗਿਣ ਸਕਦੇ ਹੋ ਤੁਸੀਂ ਅਤੇ ਐਨ ਵੀ ਯੂਜ਼ ਕਰ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਇਸ ਹਿਸਾਬ ਨਾਲ ਵੋਵਲ ਵਗੈਰਾ ਦੇਖ ਕੇ। You must put an article in front of a singular count noun, ਜਿਹੜੀਆਂ ਕਿ ਮਤਲਬ ਕਿ ਤੁਸੀਂ ਕੋਈ ਨਾ ਕੋਈ ਆਰਟੀਕਲ ਜ਼ਰੂਰ ਲਗਾਉਣਾ ਹੁੰਦਾ ਹੈ ਜਿਹੜੀ ਕਿ ਇੱਕ ਚੀਜ਼ ਹੋਵੇ, ਠੀਕ ਹੈ। You use a plural count noun with no article if you mean all or any of that thing, ਮਤਲਬ ਜੇ ਤੁਸੀਂ ਚਾਹੁੰਦੇ ਹੋ ਕਿ ਸਾਰੀਆਂ ਚੀਜ਼ਾਂ ਜਾਂ ਫਿਰ ਉਹਨਾਂ ਵਿੱਚੋਂ ਕੋਈ ਵੀ, ਅਤੇ ਫਿਰ ਤੁਸੀਂ ਉਹਦੇ ਨਾਲ plural count noun ਪਾ ਸਕਦੇ ਹੋ, ਅਤੇ ਉਹਦੇ ਨਾਲ ਭਾਵੇਂ ਕੋਈ ਆਰਟੀਕਲ ਵੀ ਨਾ ਯੂਜ਼ ਕਰੋ। You use or an with a count noun the first time you say or write about that thing, ਕਿ ਜਦੋਂ ਤੁਸੀਂ ਚੀਜ਼ ਬਾਰੇ ਪਹਿਲੀ ਵਾਰੀ ਗੱਲ ਕਰਦੇ ਹੋ ਤਾਂ ਤੁਸੀਂ ਉਹਦੇ ਨਾਲ ਜਾਂ ਐਨ ਲਗਾਉਂਦੇ ਹੋ, ਠੀਕ ਆ।
ਜਿਵੇਂ ਕਿ ਆ ਬੋਏ, ਫਿਰ ਉਹਦੇ ਬਾਅਦ ਤੁਸੀਂ ਦੁਬਾਰਾ ਉਹਦੇ ਬਾਰੇ ਗੱਲ ਕਰੋਗੇ ਉਹੀ ਸੇਮ ਬੰਦੇ ਬਾਰੇ, ਫਿਰ ਤੁਸੀਂ ਦਾ ਲਗਾਉਂਦੇ ਹੁੰਦੇ ਹੋ, ਤੁਹਾਨੂੰ ਪਤਾ ਨਾ ਆਲਰੇਡੀ ਰੈਫਰ ਟੂ। ਇਸ ਕਰਕੇ ਇਹ ਚੀਜ਼ਾਂ ਨੂੰ ਬਹੁਤ ਹੀ ਸਮਝ ਕੇ ਕਰਨਾ ਹੈ। ਯੂ ਯੂਜ਼ ਦ ਵਿਦ ਕਾਊਂਟ ਨਾਊਨਸ, ਠੀਕ ਹੈ, ਜਿਨ੍ਹਾਂ ਨੂੰ ਤੁਸੀਂ ਗਿਣ ਸਕਦੇ ਹੋ। ਦ ਸੈਕਿੰਡ ਐਂਡ ਦ ਸਬਸੀਕੁਐਂਟ ਟਾਈਮ ਯੂ ਯੂਜ਼ ਦ ਨਾਊਨ ਇਜ਼ ਅ ਪੀਸ ਆਫ ਸਪੀਚ ਔਰ ਰਾਈਟਿੰਗ। ਵੈਨ ਦ ਲਿਸਨਰ ਨੋਜ਼ ਦੈਟ ਯੂ ਆਰ ਰੈਫਰਿੰਗ ਟੂ ਮੇ ਬੀ ਬਿਕੋਜ਼ ਦੇਰ ਇਜ਼, ਉਹੀ ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਤੁਸੀਂ ਫਸਟ ਟਾਈਮ ਕਿਸੇ ਬਾਰੇ ਗੱਲ ਕਰ ਰਹੇ ਹੋ ਤਾਂ ਔਰ ਐਨ ਲਗਾਓ, ਜਦੋਂ ਕਿ ਤੁਸੀਂ ਉਹਦੇ ਬਾਰੇ ਦੁਬਾਰਾ ਗੱਲ ਕਰਨੀ ਹੈ ਉਹਦੇ ਬਾਰੇ ਦ ਲਗਾਓ। ਵੈਨ ਦ ਨੈਕਸਟ ਵਰਡ ਸਟਾਰਟਸ ਵਿਦ ਅ ਵੋਵਲ ਸਾਊਂਡ, ਉਹ ਵੀ ਮੈਂ ਤੁਹਾਨੂੰ ਦੱਸਤਾ ਹੋਇਆ ਹੈ। Note, the above rules apply whether there is or there is not an adjective in front of a noun। ਕਹਿੰਦੇ ਕਿ ਇਹ ਸਾਰੀਆਂ ਚੀਜ਼ਾਂ ਉਦੋਂ ਲੱਗਦੀਆਂ ਨੇ ਕਿ ਜਦੋਂ ਕਿਸੇ ਦੇ ਅੱਗੇ ਐਡਜੈਕਟਿਵ ਹੋਏ ਜਾਂ ਨਾ, ਮਤਲਬ ਉਹਦੀ ਕੋਈ ਵਿਸ਼ੇਸ਼ਤਾ ਦੱਸਣ ਵਾਲੀ ਚੀਜ਼ ਹੋਏ ਜਾਂ ਨਾ ਹੋਏ। ਸਮ ਨਾਊਨਸ ਕੈਨ ਬੀ ਈਦਰ ਕਾਊਂਟ ਔਰ ਅਨਕਾਊਂਟ ਡਿਪੈਂਡਿੰਗ ਅਪੋਨ ਦਾ ਕੰਟੈਕਸਟ ਐਂਡ ਮੀਨਿੰਗ। ਕਹਿੰਦੇ ਕਈ ਵਾਰੀ ਤੁਸੀਂ ਕਿਸੇ ਚੀਜ਼ ਨੂੰ ਗਿਣ ਵੀ ਸਕਦੇ ਹੋ, ਕਈ ਵਾਰੀ ਨਹੀਂ। ਡੂ ਯੂ ਹੈਵ ਪੇਪਰ, ਕਿ ਤੁਹਾਡੇ ਕੋਲ ਪੇਪਰ ਹੈ, ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਅ ਸ਼ੀਟ ਆਫ ਪੇਪਰ, ਕਿ ਤੁਹਾਡੇ ਕੋਲ ਇੱਕ ਪੇਪਰ ਦੀ ਸ਼ੀਟ ਹੈਗੀ ਆ। ਆਈ ਵੋਂਟ ਟੂ ਡਰਾ ਪਿਕਚਰ, ਮੈਂ ਉਹਦੇ ਇੱਕ ਪਿਕਚਰ ਡਰਾ ਕਰਨਾ ਚਾਹੁੰਦਾ ਵਾ। ਫਿਰ ਤੁਹਾਨੂੰ ਇੱਕੋ ਪੇਪਰ ਚਾਹੀਦਾ ਹੈ। ਕੈਨ ਯੂ ਗੈਟ ਮੀ ਅ ਪੇਪਰ ਵੈਨ ਯੂ ਆਰ ਐਟ ਸ਼ੋਪ, ਮਤਲਬ ਅਸੀਂ ਉਹਨੂੰ ਗਿਣਨ ਵਾਲੀ ਚੀਜ਼ ਬਣਾਤੀ। ਆ ਨਿਊਜ਼ਪੇਪਰ ਹੈ ਨਾ, ਕਿ ਇੱਕ ਨਿਊਜ਼ਪੇਪਰ ਲਿਆ ਕੇ ਦੇ ਦਿਓ ਕਿ ਜਦੋਂ ਤੁਸੀਂ ਸ਼ੋਪ 'ਤੇ ਜਾਓਗੇ। ਅਨਕਾਊਂਟ ਨਾਊਨਸ ਆਰ ਆਫਨ ਪ੍ਰੋਸੀਡਡ ਬਾਈ ਫਰੇਜ਼ਸ ਸੱਚ ਐਜ਼ ਅ ਲੋਟ ਆਫ। ਕਹਿੰਦੇ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਗਿਣ ਨਹੀਂ ਸਕਦੇ ਉਹਦੇ ਲਈ ਆਪਾਂ ਜ਼ਿਆਦਾਤਰ ਕਿਹੜੀਆਂ ਫਰੇਜ਼ਸ ਯੂਜ਼ ਕਰਦੇ ਹਾਂ? ਅ ਲੋਟ ਆਫ। ਜਿਵੇਂ ਮੈਂ ਕਹਿੰਦਾ ਅ ਲੋਟ ਆਫ ਡਿਪਰੈਸ਼ਨ, ਅ ਲੋਟ ਆਫ ਸਮਥਿੰਗ, ਅ ਲੋਟ ਆਫ ਲੱਕ, ਕੋਈ ਵੀ ਚੀਜ਼ ਹੋ ਸਕਦੀ ਹੈ ਕਿ ਮਤਲਬ ਕਿੰਨੀ ਸਾਰੀ, ਕਿਉਂਕਿ ਅਸੀਂ ਉਹਨੂੰ ਗਿਣ ਨਹੀਂ ਸਕਦੇ। ਆ ਪੀਸ ਆਫ ਕੇਕ, ਮਤਲਬ ਇੱਕ ਪੀਸ ਹੁਣ ਮੈਂ ਉਹਦਾ ਡਾਇਆਮੀਟਰ ਵਗੈਰਾ 'ਤੇ ਮੈਜਰ ਕਰਨ ਨਹੀਂ ਵਾਲੀ, ਵੱਡਾ ਪੀਸ ਛੋਟਾ ਪੀਸ। ਅ ਬੋਟਲ ਆਫ ਮਿਲਕ, ਹੁਣ ਬੋਟਲ ਛੋਟੀ ਵੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਹੈ। ਅ ਗ੍ਰੇਨ ਆਫ ਰਾਈਸ, ਦਾਣਾ ਕਣਾਂ ਨੂੰ ਵੀ ਆਪਾਂ ਗਿਣ ਨਹੀਂ ਸਕਦੇ ਨਾ, ਗਿਣ ਸਕਦੇ ਹਾਂ ਜਿਹੜਾ ਕੋਈ ਵਿਹਲਾ ਹੋਏਗਾ। ਇੰਸਟੈਡ ਆਫ ਐਨ ਆਰਟੀਕਲ ਦ ਨਾਊਨ ਕੈਨ ਆਲਸੋ ਬੀ ਪ੍ਰੋਸੀਡਡ ਬਾਈ ਅ ਡਿਟਰਮਾਈਨਰ। ਕਹਿੰਦੇ ਕਿ ਜੇ ਤੁਸੀਂ ਆਰਟੀਕਲ ਨਹੀਂ ਲਗਾਉਣੀ, ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਸੀ, ਆਪਾਂ ਡੈਮੋਨਸਟ੍ਰੇਟਿਵ ਜਾਂ ਪੋਜ਼ੈਸਿਵ ਨਾਊਨ ਲਗਾ ਸਕਦੇ ਹਾਂ, ਉਹਦੀ ਜਗ੍ਹਾ ਆਪਾਂ ਡਿਟਰਮਾਈਨਰ ਵੀ ਲਗਾ ਸਕਦੇ ਹਾਂ। ਜਿਵੇਂ ਕਿ ਦਿਸ, ਦੈਟ, ਸਮ, ਮੈਨੀ, ਹਿਜ਼ ਔਰ ਹਰ, ਸੇਮ ਚੀਜ਼ਾਂ ਹੀ ਪਹਿਲਾਂ ਵੀ ਡਿਸਕਸ ਕੀਤੀ ਹੋਈ ਹੈ। Following are some of the most important guidelines listed above. The example sentences. You use an uncount noun with no article if you mean all or any of the thing. ਇਹਦੀ example ਪੜ੍ਹੋ। I need help, ਮਤਲਬ ਕਿ ਮੈਨੂੰ ਹੈਲਪ ਚਾਹੀਦੀ ਹੈ, ਪੂਰੀ ਦੀ ਪੂਰੀ ਹੈਲਪ ਚਾਹੀਦੀ ਹੈ ਜਾਂ ਕਿਸੇ ਦੀ ਵੀ ਹੈਲਪ ਚਾਹੀਦੀ ਹੈ। ਇਹ ਨਹੀਂ ਲਿਖਿਆ ਮੈਂ ਕਿ I need your help, ਮੈਨੂੰ ਤੇਰੀ ਹੈਲਪ ਚਾਹੀਦੀ ਹੈ ਜਾਂ ਮੈਨੂੰ ਉਹਦੀ ਹੈਲਪ ਚਾਹੀਦੀ ਹੈ। ਅਸੀਂ ਕਹਿ ਰਹੇ ਮੈਨੂੰ ਬਸ ਹੈਲਪ ਚਾਹੀਦੀ ਹੈ, ਜਿਹੜਾ ਮਰਜ਼ੀ ਕਰ ਦੇ, any of the thing. I don't eat cheese, ਭਾਵੇਂ ਚੀਜ਼ ਕਿਹੋ ਜਿਹਾ ਵੀ ਹੋਵੇ ਮੈਂ ਕਦੀ ਨਹੀਂ ਖਾਣਾ। all, ਭਾਵੇਂ ਜਿਹੜਾ ਮਰਜ਼ੀ ਹੋਏ। ਡੂ ਯੂ ਲਾਈਕ ਮਿਊਜ਼ਿਕ, ਮੈਨੂੰ ਮਿਊਜ਼ਿਕ ਪੂਰੀ ਤਰ੍ਹਾਂ ਨਾਲ ਨਹੀਂ ਪਸੰਦ। ਡੂ ਯੂ ਲਾਈਕ ਮਿਊਜ਼ਿਕ, ਮਤਲਬ ਤੁਹਾਨੂੰ ਮਿਊਜ਼ਿਕ ਪਸੰਦ ਹੈ। ਮਿਊਜ਼ਿਕ ਤਾਂ ਹੁਣ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਸੋ ਮੈਂ ਇੱਥੇ ਕੁਛ ਵੀ ਨਹੀਂ ਲਿਖਿਆ ਆਈ ਲਾਈਕ ਅ ਮਿਊਜ਼ਿਕ। ਆ ਮਿਊਜ਼ਿਕ ਨਹੀਂ ਨਾ ਆਪਾਂ ਕਹਿੰਦੇ, ਦ ਮਿਊਜ਼ਿਕ, ਮਤਲਬ ਇਹ ਵਾਲਾ ਮਿਊਜ਼ਿਕ ਮੈਨੂੰ ਪਸੰਦ ਹੈ। ਇੱਦਾਂ ਕਰਕੇ ਫਿਰ ਉਹ ਇੱਕ ਚੀਜ਼ ਇਹੋ ਜਿਹੀ ਹੋ ਜਾਏਗੀ ਜਿਹਨੂੰ ਕਿ ਸਾਨੂੰ ਪਰਟੀਕੂਲਰ ਪਤਾ ਹੋਏਗੀ। ਯੂ ਯੂਜ਼ ਵਿਦ ਐਨ ਅਨਕਾਊਂਟ ਨਾਊਨ ਵੈਨ ਯੂ ਆਰ ਟੋਕਿੰਗ ਅਬਾਊਟ ਅ ਪਰਟੀਕੂਲਰ ਐਗਜ਼ਾਮਪਲ ਆਫ ਦੈਟ ਥਿੰਗ, ਕਿ ਜਦੋਂ ਤੁਸੀਂ ਕਿਸੇ ਚੀਜ਼ ਦੇ ਬਾਰੇ ਸਿਰਫ ਇੱਕ ਉਹਦੀ ਉਦਾਹਰਨ ਦੇ ਰਹੇ ਹੋ, ਠੀਕ ਹੈ। ਥੈਂਕਸ ਫॉर ਦ ਹੈਲਪ ਯੂ ਗੇਵ ਮੀ ਯੈਸਟਰਡੇ, ਕਿ ਉਹ ਹੈਲਪ ਲਈ ਥੈਂਕ ਯੂ ਜਿਹੜੀ ਕਿ ਤੁਸੀਂ ਮੈਨੂੰ ਕੱਲ੍ਹ ਦਿੱਤੀ ਸੀ। ਮੈਂ ਸਾਰੀਆਂ ਹੈਲਪਾਂ ਲਈ ਨਹੀਂ ਕਹਿ ਰਹੀ, ਬਸ ਉਹਦੀ ਇੱਕ ਉਦਾਹਰਨ ਹੈ ਕਿ ਜਿਵੇਂ ਦੀ ਤੂੰ ਮੈਨੂੰ ਕੱਲ੍ਹ ਹੈਲਪ ਕੀਤੀ ਸੀ। ਆਈ ਡਿਡਨਟ ਈਟ ਦ ਚੀਜ਼, ਮੈਂ ਉਹ ਵਾਲਾ ਜਿਹੜਾ ਚੀਜ਼ ਸੀ ਉਹ ਨਹੀਂ ਖਾਧਾ। ਇਟ ਵਾਜ਼ ਗ੍ਰੀਨ, ਉੱਥੇ ਕੀ ਸੀ? ਹਰਿਆਲੀ ਸੀ। ਓਕੇ। ਡਿਡ ਯੂ ਲਾਈਕ ਦ ਮਿਊਜ਼ਿਕ ਦੇ ਪਲੇਡ ਐਟ ਦ ਡਾਂਸ, ਕਹਿੰਦੇ ਤੁਹਾਨੂੰ ਉਹ ਵਾਲਾ ਮਿਊਜ਼ਿਕ ਪਸੰਦ ਆਇਆ ਸੀਗਾ ਜਿਹੜਾ ਉਹਨਾਂ ਨੇ ਕਿ ਡਾਂਸ 'ਤੇ ਚਲਾਇਆ ਸੀ। ਸੋ ਦੀਜ਼ ਆਲ ਆਰ ਦ ਐਗਜ਼ਾਮਪਲਸ ਜਿਹੜੀਆਂ ਕਿ ਤੁਸੀਂ ਪੜ੍ਹਨੀਆਂ ਹੋਣਗੀਆਂ ਬੜੀ ਡੀਪਲੀ, ਤੁਹਾਨੂੰ ਸਮਝ ਆਏਗੀ ਜੇ ਤੁਸੀਂ ਇਸ ਵੀਡੀਓ ਨੂੰ ਫੇਰ ਰਿਵਾਈਜ਼ ਕਰਕੇ ਖੁਦ ਸਟੋਪ ਕਰਕੇ ਦੇਖੋਗੇ, ਤੁਸੀਂ ਰੀਡ ਕਰੋਗੇ। ਨਹੀਂ ਤਾਂ ਐਪ ਇੰਸਟਾਲ ਕਰੋ, ਆਇਲਸ ਪ੍ਰੈਕਟਿਸ ਪੈਡ 9 ਜਾਂ ਕੋਈ ਵੀ ਬੁੱਕ ਗ੍ਰਾਮਰ ਦੀ, ਉਹਨੂੰ ਬੜੀ ਡੀਪਲੀ ਸਟੱਡੀ ਕਰੋ। ਯੂ ਯੂਜਲੀ ਯੂਜ਼ ਐਨ ਔਰ ਐਨ ਵਿਦ ਅਨਕਾਊਂਟ ਨਾਊਨ ਦ ਫਸਟ ਟਾਈਮ ਯੂ ਸੇ ਔਰ ਰਾਈਟ ਅ ਨਾਊਨ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕੈਨ ਆਈ ਬਾਰੋ ਅ ਪੈਨਸਿਲ ਪਲੀਜ਼, ਕਿ ਜਦੋਂ ਤੁਸੀਂ ਚੀਜ਼ ਬਾਰੇ ਪਹਿਲੀ ਵਾਰੀ ਗੱਲ ਕਰ ਰਹੇ ਹੋ ਤਾਂ ਉਹਨੂੰ ਆ ਲਿਖੋ, ਠੀਕ ਆ, ਕਿਉਂਕਿ ਤੁਹਾਨੂੰ ਨਹੀਂ ਪਤਾ ਤੁਸੀਂ ਕਿਹੜੀ ਚੀਜ਼ ਦੇ ਬਾਰੇ ਦੱਸ ਰਹੇ ਹੋ ਅਗਲੇ ਨੂੰ। ਜਦੋਂ ਦੂਜੀ ਵਾਰੀ ਉਹੀ ਪੈਨਸਿਲ ਸੇਮ ਦੀ ਗੱਲ ਕਰੋਗੇ ਫਿਰ ਦਾ ਯੂਜ਼ ਕਰ ਲਿਓ। ਯੂ ਯੂਜ਼ ਦ ਵਿਦ ਅਕਾਊਂਟ ਔਫ ਦ ਸੈਕਿੰਡ ਔਰ ਸਬਸੀਕੁਐਂਟ ਟਾਈਮ, ਸੇਮ ਚੀਜ਼ ਮੈਂ ਜਿਹੜੀ ਤੁਹਾਨੂੰ ਪਹਿਲਾਂ ਹੁਣੇ ਦੱਸੀ ਹੋਈ ਹੈ। ਯੂ ਯੂਜ਼ ਅ ਪਲੂਰਲ ਕਾਊਂਟ ਨਾਊਨ ਵਿਦ ਨੋ ਆਰਟੀਕਲ ਇਫ ਯੂ ਮੀਨ ਆਲ ਔਰ ਐਨੀ ਆਫ ਦ ਥਿੰਗ, ਇਹ ਤਾਂ ਪਹਿਲਾਂ ਵੀ ਅਸੀਂ ਕਰ ਲਿਆ ਹੈ। ਆਈ ਡੋਂਟ ਲਾਈਕ ਡੋਗਸ, ਮਤਲਬ ਡੋਗਸ ਭਾਵੇਂ ਜਿਹੜੇ ਮਰਜ਼ੀ ਹੋਣ, ਹੈ ਨਾ, ਪਲੂਰਲ ਚੀਜ਼ ਹੀ ਹੈ ਨਾ। ਡੋਗਸ ਕਿੰਨੇ ਸਾਰੇ ਡੋਗਸ, ਮੈਨੂੰ ਉਹਨਾਂ ਵਿੱਚੋਂ ਕੋਈ ਵੀ ਨਹੀਂ ਪਸੰਦ। ਡੂ ਦੇ ਹੈਵ ਚਿਲਡਰਨ, ਮਤਲਬ ਉਹਨਾਂ ਦਾ ਇੱਕ ਵੀ ਬੱਚਾ ਹੈਗਾ, ਇੱਕ ਤੋਂ ਵੱਧ ਵੀ ਹੋ ਸਕਦਾ, ਮਤਲਬ ਪਲੂਰਲ ਥਿੰਗਸ ਦੇ ਲਈ ਵੀ, ਜਿਵੇਂ ਕਿ ਆਪਾਂ ਫਸਟ ਵਿੱਚ ਵੀ ਯੂਜ਼ ਕੀਤਾ ਵਾ ਨੋ ਆਰਟੀਕਲ ਇਫ ਯੂ ਮੀਨ ਆਲ ਔਰ ਐਨੀ ਆਫ ਦੈਟ ਥਿੰਗ। ਪਲੂਰਲ ਵੀ ਹੋਏਗਾ ਤਾਂ ਵੀ ਅਸੀਂ ਉਹਦੇ ਨਾਲ ਕੋਈ ਵੀ ਆਰਟੀਕਲ ਨਹੀਂ ਲਗਾਇਆ। ਹੁਣ ਆਪਾਂ ਦ ਡੋਗਸ ਨਹੀਂ ਲਿਖਿਆ, ਆ ਡੋਗਸ ਨਹੀਂ ਲਿਖਿਆ, ਐਨ ਡੋਗਸ ਨਹੀਂ ਲਿਖਿਆ, ਆ ਤਾਂ ਲੱਗ ਹੀ ਨਹੀਂ ਸਕਦਾ, ਇੱਕ ਦੀ ਤਾਂ ਗੱਲ ਹੀ ਨਹੀਂ ਕਰ ਰਹੇ। ਦ ਡੋਗਸ ਵੀ ਨਹੀਂ ਲਿਖਿਆ। ਓਕੇ।
ਸੋ ਦਿਸ ਇਜ਼ ਅ ਵੀਡੀਓ ਆਈ ਥਿੰਕ ਇਟ ਵਿਲ ਬੀ ਹੈਲਪਫੁਲ ਫॉर ਯੂ ਟੂ ਅੰਡਰਸਟੈਂਡ ਆਰਟੀਕਲਸ। ਸੋ ਆਰਟੀਕਲਸ ਦੇ ਬਾਰੇ ਤੁਹਾਨੂੰ ਬੇਸਿਕ ਨੌਲੇਜ ਮੈਂ ਰੀਕੈਪ ਦੇ ਦਾਂ। ਜਿਵੇਂ ਕਿ ਕੋਈ ਵਰਡ ਵੋਵਲ ਤੋਂ ਸਟਾਰਟ ਹੋਏ ਜਾਂ ਵੋਵਲ ਵਰਗੀ ਉਹਦੀ ਸਾਊਂਡ ਹੋਏ ਅਤੇ ਤੁਸੀਂ ਉਹਦੇ ਨਾਲ ਕੀ ਲਗਾਉਣਾ ਹੈ, ਐਨ ਲਗਾਉਣਾ ਹੈ। ਬਾਕੀ ਸਾਰਿਆਂ ਦੇ ਨਾਲ ਤੁਸੀਂ ਆ ਲਗਾਉਣਾ ਹੈ ਜੇ ਉਹ ਚੀਜ਼ ਇੱਕ ਹੋਏਗੀ। ਅਤੇ ਜਿਹੜੀ ਚੀਜ਼ ਦੇ ਬਾਰੇ ਤੁਸੀਂ ਖਾਸ ਇੱਕ ਪਰਟੀਕੂਲਰ ਚੀਜ਼ ਦੇ ਬਾਰੇ ਗੱਲ ਕਰ ਰਹੇ ਹੋ ਜਾਂ ਤੁਸੀਂ ਉਹੀ ਚੀਜ਼ ਦੀ ਗੱਲ ਦੋਹਰੇ ਵਾਰੀ ਕਰ ਰਹੇ ਹੋ ਤਾਂ ਫਿਰ ਦ ਲਗਾਓਗੇ। ਪਹਿਲੀ ਵਾਰੀ ਗੱਲ ਕਰੋਗੇ ਤਾਂ ਆ ਹੀ ਲਗਾਓਗੇ। ਓਕੇ, ਸੋ ਇਹ ਤਿੰਨ ਚੀਜ਼ਾਂ ਤਾਂ ਤੁਹਾਨੂੰ ਖਾਸ ਕਰਕੇ ਪਤਾ ਹੋਣੀਆਂ ਚਾਹੀਦੀਆਂ ਨੇ। ਜਿਹੜੀ ਕੋਈ ਪ੍ਰੋਪਰ ਨਾਊਨ ਆ ਉਹਦੇ ਅੱਗੇ ਤੁਸੀਂ ਦਾ ਨਹੀਂ ਲਗਾਉਣਾ ਹੈਗਾ, ਠੀਕ ਹੈ। ਨਾ ਆ ਲਗਾਉਣਾ ਹੈ, ਨਾ ਐਨ ਲਗਾਉਣਾ ਹੈ। ਇਹ ਚੀਜ਼ਾਂ ਬਿਲਕੁਲ ਨਹੀਂ ਕਰਨੀਆਂ ਹੈਗੀਆਂ। ਤੁਸੀਂ ਐਨ ਦ ਦੀ ਜਗ੍ਹਾ ਜੇ ਤੁਸੀਂ ਕੁਛ ਵੀ ਨਹੀਂ ਲਗਾਓਗੇ ਉਹ ਇੱਕ ਮਿਸਟੇਕ ਹੈ। ਬਟ ਉਹ ਮਿਸਟੇਕ ਕਦੋਂ ਨਹੀਂ ਕਾਊਂਟ ਹੋਏਗੀ, ਜਦੋਂ ਐਨੀ ਕੋਈ ਵੀ ਤੁਹਾਨੂੰ ਉਹਨਾਂ 'ਚੋਂ ਪਸੰਦ ਨਹੀਂ ਹੋਏਗੀ। ਤੁਸੀਂ ਕੋਈ ਡਿਟਰਮਾਈਨਰ ਜਾਂ ਡੈਮੋਸਟ੍ਰੇਟਿਵ ਜਾਂ ਪੋਜ਼ੈਸਿਵ ਨਾਊਨ ਜਿਵੇਂ ਕਿ ਮਾਏ, ਯੂਅਰ, ਦੈਟ, ਦੋਜ਼ ਇਹ ਚੀਜ਼ਾਂ ਲਗਾਓਗੇ ਅਤੇ ਤਾਂ ਵੀ ਤੁਹਾਡੀ ਕੋਈ ਮਿਸਟੇਕ ਗਿਣੀ ਨਹੀਂ ਜਾਏਗੀ। ਸੋ ਡੋਂਟ ਸਕਿਪ ਆਰਟੀਕਲਸ। ਸੋ ਆਰਟੀਕਲਸ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਇੰਪੋਰਟੈਂਟ ਹੈ। ਤਾਂ ਭਾਵੇਂ ਕਿ ਇੱਕ ਬੱਚਿਆਂ ਵਾਲੀ ਚੀਜ਼ ਹੈ ਬਟ ਸਟਿਲ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਆਰਟੀਕਲਸ ਨੂੰ ਯੂਜ਼ ਕਰਨਾ ਜਦੋਂ ਕਿ ਅਸੀਂ ਇੱਕ ਬਹੁਤ ਲੰਬਾ ਇੱਕ ਐਸੇ ਲਿਖਦੇ ਹਾਂ। ਸੋ ਪਲੀਜ਼ ਕੀਪ ਵਾਚਿੰਗ ਮਾਈ ਵੀਡੀਓਜ਼ ਫॉर ਮੋਰ ਇਨਫੋਰਮੇਸ਼ਨ।